ਦੁਨੀਆ ਦੇ ਇਤਿਹਾਸ ਵਿੱਚ ਵੱਖ-ਵੱਖ ਅਵਤਾਰਾਂ, ਰਹਿਬਰਾਂ ਅਤੇ ਧਰਮਾਂ ਵੱਲੋਂ ਮਨੁੱਖਤਾ ਲਈ ਜੀਵਨ ਜਿਉਣ ਦੀ ਜਾਚ ਦੱਸੀ ਗਈ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਹੱਕ ਸੱਚ ਦੇ ਲਈ ਮਰਨ ਦੀ ਜਾਚ ਵੀ ਸਿਖਾ ਦਿੱਤੀ। ਗੁਰੂ ਜੀ ਦੀ ਸ਼ਹਾਦਤ ਨੇ ਆਪਣੇ ਵਿਸ਼ਵਾਸ ਦੀ ਗਵਾਹੀ ਆਪਣੇ ਸਿਦਕ ਨਾਲ ਦੇ ਕੇ ਹੱਕ ਸੱਚ ਦੀ ਖਾਤਰ ਆਪਣੀ ਜਿੰਦ ਵਾਰ ਦਿੱਤੀ, ਪਰ ਸਿਰ ਨੀਵਾਂ ਨਹੀਂ ਕੀਤਾ ਅਤੇ ਸਿੱਖੀ ਦੇ ਪੌਦੇ ਨੂੰ ਆਪਣੇ ਖੂਨ ਰੂਪੀ ਪਾਣੀ ਨਾਲ ਸਿੰਚਿਆ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਪਿੰਡ ਗੋਬਿੰਦਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਗੁਰੂ ਜੀ ਦੀ ਮਾਤਾ ਬੀਬੀ ਪਾਨੀ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਅਤੇ ਪਿਤਾ ਗੁਰੂ ਰਾਮਦਾਸ ਜੀ ਸਨ। ਗੁਰੂ ਜੀ ਦਾ ਸਾਰਾ ਬਚਪਨ ਗੁਰੂ ਘਰ ਵਿੱਚ ਹੀ ਗੁਜ਼ਰਿਆ। ਗੁਰੂ ਜੀ ਦਾ ਸੁਭਾਅ ਬਚਪਨ ਤੋਂ ਹੀ ਸੀਤਲ, ਸੰਜਮ ਅਤੇ ਆਗਿਆ ਦੇ ਪਾਲਣਹਾਰ ਸਨ, ਜਿਸ ਕਰਕੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਪਾਸੋਂ ਲਾਡ ਪਿਆਰ ਮਿਲਣ ਦੇ ਨਾਲ ਗੁਰੂ ਜੀ ਉੱਪਰ ਬਾਣੀ ਦਾ ਅਸਰ ਵੀ ਹੁੰਦਾ ਰਿਹਾ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਆਪ ਬਾਰੇ ਆਖਿਆ, ਦੋਹਿਤਾ ਬਾਣੀ ਕਾ ਬੋਹਿਤਾ। ਆਪ ਦੇ ਬਚਪਨ ਤੋਂ ਹੀ ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਵਿਦਿਆ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਮੁਖੀ ਆਪ ਅਤੇ ਬਾਬਾ ਬੁੱਢਾ ਜੀ ਕੋਲੋਂ ਪੜ੍ਹਾਈ ਅਤੇ ਮਾਮਾ ਮੋਹਰੀ ਨੇ ਗਣਿਤ ਵਿਦਿਆ ਦਿੱਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਦੇਵਨਾਗਰੀ, ਫਾਰਸੀ, ਸੰਸਕ੍ਰਿਤ ਅਤੇ ਰਾਗ ਵਿਦਿਆ ਉੱਪਰ ਵੀ ਮਹਾਰਤ ਹਾਸਲ ਕਰ ਲਈ। ਗੁਰੂ ਜੀ ਦੀ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਕਮਾਲ ਦੀ ਸੀ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ਦਾ ਆਨੰਦ ਮਾਣਿਆ। 1574 ਵਿੱਚ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੇ ਕੇ ਜੋਤੀ ਜੋਤ ਸਮਾ ਗਏ। ਉਸ ਵਕਤ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨੂੰ ਪੂਰਾ ਕਰਦਿਆਂ ਹੋਇਆਂ ਥਾਲ ਸੰਤੋਖਸਰ ਦੇ ਨਾਲ 1577 ਵਿੱਚ ਪਿੰਡ ਦਗਦੇ 700 ਅਕਬਰੀ ਮੋਹਰਾਂ ਦੇ ਕੇ 500 ਵਿਗੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਤੋਂ ਪ੍ਰਾਪਤ ਕੀਤੀ, ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ। ਗੁਰੂ ਜੀ ਨੇ ਦੁੱਖ ਪੰਜਨੀ ਬੇਰੀ ਵਾਲੀ ਥਾਂ ਸਰੋਵਰ ਦੀ ਖੁਦਵਾਈ ਸ਼ੁਰੂ ਕਰਕੇ ਇਸ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖ ਦਿੱਤਾ। ਗੁਰੂ ਰਾਮਦਾਸ ਜੀ ਦੀ ਇੱਛਾ ਸੀ ਕਿ ਇਸ ਥਾਂ ਉੱਪਰ ਇੱਕ ਅਜਿਹਾ ਤੀਰਥ ਸਥਾਨ ਬਣੇ ਜੋ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੋਵੇ, ਜਿਸ ਵਿੱਚ ਦੁਨੀਆ ਦਾ ਕੋਈ ਵੀ ਇਨਸਾਨ ਬਿਨਾਂ ਕਿਸੇ ਭੇਦਭਾਵ, ਊਚ ਨੀਚ, ਅਮੀਰੀ ਗਰੀਬੀ ਤੋਂ ਬਿਨਾਂ ਇੱਕ ਰੱਬ ਦੀ ਭਗਤੀ ਤੇ ਮਨੁੱਖਤਾ ਦੀ ਸੇਵਾ ਕਰ ਸਕੇ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 15 ਅਗਸਤ 1581 ਈਸਵੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਚੱਕ ਰਾਮਦਾਸ ਭਾਵ ਅੰਮ੍ਰਿਤਸਰ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਭ ਤੋਂ ਪਹਿਲਾਂ ਥਾਲ ਸੰਤੋਖਸਰ ਮੁਕੰਮਲ ਕੀਤਾ। ਇਸ ਤੋਂ ਉਪਰੰਤ 1588 ਈਸਵੀ ਵਿੱਚ ਥਾਲ ਅੰਮ੍ਰਿਤਸਰ ਮੁਕੰਮਲ ਕਰ ਦਿੱਤਾ, ਜਿਸ ਕਰਕੇ ਨਗਰ ਦੀ ਆਬਾਦੀ ਦਿਨ ਬ ਦਿਨ ਵੱਧਦੀ ਗਈ ਅਤੇ ਅੰਮ੍ਰਿਤਸਰ ਸਰੋਵਰ ਦੇ ਨਾਮ ਉੱਪਰ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਪੈ ਗਿਆ। ਗੁਰੂ ਰਾਮਦਾਸ ਜੀ ਦੀ ਵਿਉਂਤ ਸੀ ਕਿ ਅੰਮ੍ਰਿਤਸਰ ਸਰੋਵਰ ਵਿਚਕਾਰ ਧਰਮ ਅਸਥਾਨ ਵੀ ਬਣਾਇਆ ਜਾਏ। ਇਸ ਯੋਜਨਾ ਦੇ ਅਧੀਨ ਪੰਜਵੇਂ ਪਾਤਸ਼ਾਹ ਨੇ ਅਕਤੂਬਰ ਸਨ 1588 ਵਿੱਚ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਇੱਕ ਨਵੇਂ ਧਰਮ ਅਸਥਾਨ ਦੀ ਨੀਂਹ ਰੱਖੀ, ਜਿਸ ਦਾ ਨਾਮ ਹਰੀਮੰਦਰ ਰੱਖਿਆ ਗਿਆ। ਹਰੀਮੰਦਰ ਦੀ ਨੀਂਹ ਗੁਰੂ ਜੀ ਨੇ ਲਾਹੌਰ ਨਿਵਾਸੀ ਹਜ਼ਰਤ ਸਾਈਂ ਮੀਆਂ ਮੀਰ ਜੀ ਪਾਸੋਂ ਰੱਖੀ। ਹਜ਼ਰਤ ਸਾਈਂ ਮੀਆਂ ਮੀਰ ਜੀ ਪ੍ਰਭੂ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਸਨ। ਸਾਈਂ ਮੀਆਂ ਮੀਰ ਜੀ ਦਾ ਅਸਲ ਨਾਮ ਸ਼ੇਖ ਮੁਹੰਮਦ ਮੀਰ ਸ਼ਾਹ ਸੀ। ਆਪ ਖਲੀਫਾ ਉਮਰ ਦੀ ਵੰਸ਼ ਵਿੱਚੋਂ ਸਨ। ਆਪ ਜੀ ਦਾ ਜਨਮ ਸੀਸਤਾਨ ਵਿਖੇ 1550 ਵਿੱਚ ਹੋਇਆ। ਉਮਰ ਦਾ ਵਧੇਰਾ ਹਿੱਸਾ ਆਪ ਜੀ ਨੇ ਲਾਹੌਰ ਵਿਚਕਾਰ ਗੁਜ਼ਾਰਿਆ। ਸਨ 1590 ਵਿੱਚ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਗਈ।
ਇਹ ਹਰਮੰਦਰ ਸਾਹਿਬ ਸਮਾਂ ਪਾ ਕੇ ਸਿੱਖਾਂ ਦਾ ਮੱਕਾ ਕਰਕੇ ਜਾਣਿਆ ਗਿਆ। ਸੰਗਤਾਂ ਵੱਲੋਂ ਗੁਰੂ ਜੀ ਨੂੰ ਅੰਮ੍ਰਿਤਸਰ ਦੇ ਲਾਗੇ ਇੱਕ ਡੋਗੂ ਤਾਲਾਬ ਬਾਰੇ ਦੱਸਿਆ ਗਿਆ। ਗੁਰੂ ਜੀ ਆਪ ਉੱਥੇ ਜਾ ਕੇ ਇਸ ਜਗ੍ਹਾ ਨੂੰ ਤਰਨਤਾਰਨ ਦਾ ਨਾਮ ਦੇ ਦਿੱਤਾ ਅਤੇ 1590 ਵਿੱਚ ਤਰਨਤਾਰਨ ਸ਼ਹਿਰ ਦੀ ਨੀਂਹ ਰੱਖੀ ਗਈ। ਇੱਥੇ ਸਰੋਵਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। 1593 ਅਤੇ 94 ਵਿੱਚ ਆਪ ਜੀ ਨੇ ਕਰਤਾਰਪੁਰ ਸ਼ਹਿਰ ਵਸਾਇਆ ਜੋ ਹੁਣ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ। 1596 ਵਿੱਚ ਤਰਨਤਾਰਨ ਸਾਹਿਬ ਵਿਖੇ ਗੁਰੂ ਘਰ ਦੀ ਨੀਂਹ ਰੱਖੀ ਗਈ। ਸਨ 1598 ਈਸਵੀ ਵਿੱਚ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਕਿ ਲਾਹੌਰ ਵਿੱਚ ਕਾਲ ਪੈ ਗਿਆ ਹੈ ਤਾਂ ਆਪ ਜੀ ਤਤਕਾਲ ਲਾਹੌਰ ਪੁੱਜੇ। ਸਾਰੇ ਗੁਰਤਾਮਾਂ ਦੀ ਸੇਵਾ ਰੋਕ ਕੇ ਆਪ ਜੀ ਨੇ ਭੁੱਖਮਾਰੀ ਅਤੇ ਬਿਮਾਰੀ ਨਾਲ ਪੀੜਤ ਲੋਕਾਂ ਲਈ ਲੰਗਰ ਲਗਵਾਏ, ਦਵਾ ਦਾਰੂ ਦਾ ਇੰਤਜ਼ਾਮ ਕੀਤਾ, ਬਿਮਾਰਾਂ ਅਤੇ ਦਰਦਮੰਦਾਂ ਦੀ ਸੇਵਾ ਸੰਭਾਲ ਕੀਤੀ। ਲਾਸ਼ਾਂ ਨਿਪਟਾਉਣ ਦੇ ਅਧੂਰੇ ਕਾਰਜ ਦੇਖ ਕੇ ਉਹਨਾਂ ਦਾ ਅੰਤਮ ਸੰਸਕਾਰ ਕਰਾਉਣ ਦੀ ਵਿਵਸਥਾ ਕੀਤੀ। ਆਪ ਜੀ ਨੇ ਰੋਗੀਆਂ ਵਾਸਤੇ ਤਰਨਤਾਰਨ ਸਾਹਿਬ ਵਿਖੇ ਪਹਿਲਾ ਕੋੜੀ ਘਰ ਵੀ ਬਣਵਾਇਆ। 1598 ਈਸਵੀ ਵਿੱਚ ਅਕਬਰ ਬਾਦਸ਼ਾਹ ਗੋਬਿੰਦਵਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਉਸਨੇ ਗੁਰੂ ਜੀ ਵੱਲ ਲਾਹੌਰ ਕਾਲ ਪੈਣ ਸਮੇਂ ਪੀੜਤ ਲੋਕਾਂ ਦੀ ਕੀਤੀ ਸੇਵਾ ਲਈ ਸ਼ੁਕਰਾਨਾ ਅਦਾ ਕੀਤਾ। ਗੁਰੂ ਜੀ ਦੀ ਅਜ਼ੀਮ ਸ਼ਖਸੀਅਤ ਅਤੇ ਲੰਗਰ ਪ੍ਰਥਾ ਤੋਂ ਪ੍ਰਭਾਵਿਤ ਹੋ ਕੇ ਪ੍ਰਸੰਨ ਹੋਇਆ। ਬਾਦਸ਼ਾਹ ਅਕਬਰ ਇਸ ਦਾ ਜ਼ਿਕਰ ਆਪਣੀ ਕਿਤਾਬ ਅਕਬਰਨਾਮਾ ਵਿੱਚ ਵੀ ਕਰਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਆਏ ਅਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਦੀ ਨਿਸ਼ਾਨਦੇਹੀ ਵੀ ਕੀਤੀ, ਜਿਸ ਨੂੰ ਬਾਅਦ ਵਿੱਚ 6ਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਾਮੀਰ ਕਰਵਾਇਆ। ਅੱਜ ਵੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਦਾ ਗੁਰੂ ਸ਼ਬਦ ਹੀ ਸੀ ਅਤੇ ਉਹਨਾਂ ਨੇ ਸਾਰੀ ਉਮਰ ਆਪਣੇ ਸਿੱਖਾਂ ਨੂੰ ਸ਼ਬਦ ਦੇ ਹੀ ਲੜ ਲਾਇਆ। ਜਿਹੜੇ ਮੁੱਢ ਕਰੀਮ ਤੋਂ ਮੂਰਤੀਆਂ ਅਤੇ ਕਬਰਾਂ ਦੀ ਪੂਜਾ ਨੂੰ ਦੁਨੀਆ ਦੇ ਦੁੱਖ ਸੁੱਖ ਦੇਣ ਵਾਲੇ ਮੰਨਦੇ ਆ ਰਹੇ ਸਨ, ਉਹਨਾਂ ਨੂੰ ਹਮੇਸ਼ਾ ਸੱਚ ਦੇ ਲੜ ਲਾ ਕੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਪਾਸ ਗੁਰਬਾਣੀ ਪ੍ਰਗਟ ਹੋਈ, ਤਿਵੇਂ ਤਿਵੇਂ ਗੁਰੂ ਨਾਨਕ ਦੇਵ ਜੀ ਉਸ ਨੂੰ ਇੱਕ ਪੋਥੀ ਵਿੱਚ ਲਿਖਦੇ ਰਹੇ ਔਰ ਆਪਣੇ ਉਦਾਸੀਆਂ ਸਮੇਂ ਭਗਤਾਂ ਦੀ ਬਾਣੀ ਇਕੱਠੀ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਸਮੇਂ ਉਹ ਪੋਥੀਆਂ ਦੇ ਦਿੱਤੀ ਔਰ ਇਹ ਬਾਣੀਆਂ ਗੁਰਗੱਦੀ ਦੇ ਨਾਲ ਗੁਰੂ ਅਰਜਨ ਦੇਵ ਜੀ ਪਾਸ ਪਹੁੰਚ ਗਈ। ਇਸ ਪੋਥੀਆਂ ਦੇ ਵਿੱਚ ਸਮੇਂ ਦੇ ਨਾਲ ਬਾਕੀ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਰਚੀ ਅਤੇ ਲਿਖਦੇ ਰਹੇ। ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਆਮ ਮਨੁੱਖਤਾ ਤੱਕ ਪਹੁੰਚਾਉਣ ਦਾ ਨਿਸ਼ਚਾ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੁਣ ਸਿੱਖਾਂ ਦਾ ਕੇਂਦਰ ਅਹਿਲੇ ਮਕਾਨ ਬਣ ਚੁੱਕਾ ਸੀ। ਤਾਂ ਹੀ ਗੁਰੂ ਜੀ ਨੇ ਅਹਿਲੇ ਕਿਤਾਬ ਲਈ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਜ਼ਰੂਰੀ ਸਮਝੀ। ਗੁਰੂ ਜੀ ਨੇ ਅਸਥਾਨਾਂ ਅਤੇ ਲੰਗਰ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਦੇ ਦਿੱਤੀ ਅਤੇ ਆਪ ਰਾਮਸਰ ਸਰੋਵਰ ਦੇ ਲਾਗੇ ਸ਼ਾਮਿਆਨਾ ਲਗਾ ਕੇ ਪੂਰੇ ਅਦਬ ਸਤਕਾਰ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਤੀ ਸੇਵਾ ਭਾਈ ਗੁਰਦਾਸ ਜੀ ਨੂੰ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਆਹੀ ਤੇ ਕਲਮਾਂ ਦੀ ਸੇਵਾ ਭਾਈ ਬੰਨੂ ਜੀ ਦੇ ਹਿੱਸੇ ਵਿੱਚ ਆਈ। ਗੁਰੂ ਜੀ ਨੇ ਇਸ ਗ੍ਰੰਥ ਵਿੱਚ 5 ਗੁਰੂ ਸਹਿਬਾਨਾਂ ਦੀ ਬਾਣੀ ਇਸ ਪ੍ਰਕਾਰ ਦਰਜ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਵਿੱਚ 958 ਸ਼ਬਦ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 63 ਸ਼ਲੋਕ, ਗੁਰੂ ਅਮਰਦਾਸ ਜੀ ਦੇ 17 ਰਾਗਾਂ ਵਿੱਚ 885 ਸ਼ਬਦ, ਗੁਰੂ ਰਾਮਦਾਸ ਜੀ ਦੇ 30 ਰਾਗਾਂ ਵਿੱਚ 645 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 30 ਰਾਗਾਂ ਵਿੱਚ 2312 ਸ਼ਬਦ ਅੰਕਿਤ ਕੀਤੇ। ਸਰਬ ਸਾਂਝੀਵਾਲਤਾ ਦੇ ਇਸ ਮਹਾਨ ਗ੍ਰੰਥ ਵਿੱਚ ਗੁਰੂ ਸਹਿਬਾਨਾਂ ਤੋਂ ਇਲਾਵਾ ਬਿਨਾਂ ਕਿਸੇ ਧਰਮ, ਜਾਤੀ ਆਦਿ ਦੇ ਵਿਤਕਰੇ ਤੋਂ ਬਿਨਾਂ 15 ਭਗਤਾਂ, 11 ਪਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਕੀਤੀ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਲਗਭਗ 1/3 ਭਾਗ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਉਹਨਾਂ ਦੇ ਹੀ ਰਚੇ ਹੋਏ ਲਗਭਗ 1416 ਸ਼ਬਦ, 182 ਅਸ਼ਟਪਦੀਆਂ, 71 ਛੰਦ, 24 ਸੁਹੇਲੇ, 107 ਪੌੜੀਆਂ, 239 ਸ਼ਲੋਕ ਅਤੇ 29 ਸਵਈਏ ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਸਮੇਂ 974 ਅੰਗਾਂ ਤੇ ਮੁਸ਼ਤਮਿਲ ਸੀ। ਗੁਰੂ ਜੀ ਨੇ ਗ੍ਰੰਥ ਸਾਹਿਬ ਤਿਆਰ ਕਰਕੇ 30 ਅਗਸਤ ਸਨ 1604 ਈਸਵੀ ਨੂੰ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ, ਜਿਸ ਦੇ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਜੀ ਬਣੇ। ਬਾਬਾ ਬੁੱਢਾ ਜੀ ਦੀ ਕੁੱਲ 125 ਸਾਲਾ ਜ਼ਿੰਦਗੀ ਵਿੱਚ 113 ਸਾਲ ਗੁਰੂ ਘਰ ਦੀ ਸੇਵਾ ਵਿੱਚ ਗੁਜ਼ਰੇ। ਗੁਰਬਾਣੀ ਦਾ ਸਿਧਾਂਤ ਹੁਣ ਲੋਕਾਂ ਦੇ ਸਾਹਮਣੇ ਲਿਖਤੀ ਰੂਪ ਵਿੱਚ ਪ੍ਰਤੱਖ ਸੀ। ਗੁਰੂ ਸਾਹਿਬ ਵੱਲੋਂ ਮਨੁੱਖਤਾ ਨੂੰ ਲਗਾਤਾਰ ਸੱਚ ਦਾ ਸੰਦੇਸ਼ ਦਿੱਤਾ ਜਾ ਰਿਹਾ ਸੀ, ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਤੋਂ ਬਾਅਦ ਗੁਰੂ ਸਾਹਿਬ ਦੀ ਪ੍ਰਸਿੱਧੀ 4 ਚਫੇਰੇ ਹੋਰ ਵੱਧ ਗਈ। ਸੰਗਤਾਂ ਗੁਰੂ ਘਰ ਨਾਲ ਜੁੜਨ ਲੱਗ ਪਈਆਂ। ਸਨ 1604 ਈਸਵੀ ਵਿੱਚ ਦੀਵਾਨ ਚੰਦੂ ਦੇ ਪੁਰੋਹਿਤ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਜੀ ਨਾਲ ਪੱਕਾ ਕਰ ਗਏ। ਇਹ ਪਤਾ ਲੱਗਣ ਤੇ ਚੰਦੂ ਨੇ ਹੰਕਾਰ ਵਿੱਚ ਗੁਰੂ ਘਰ ਨੂੰ ਮੋਰੀ ਦੀ ਇੱਟ ਅਤੇ ਆਪਣੇ ਆਪ ਨੂੰ ਚੁਬਾਰਾ ਕਿਹਾ। ਦਿੱਲੀ ਦੀਆਂ ਸੰਗਤਾਂ ਨੂੰ ਇਹ ਪਤਾ ਲੱਗਣ ਤੇ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਰਿਸ਼ਤਾ ਲੈਣ ਤੋਂ ਨਾ ਦੀ ਬੇਨਤੀ ਕੀਤੀ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੰਨ ਲਈ। ਦੂਸਰੇ ਪਾਸੇ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਅਕਤੂਬਰ 1605 ਵਿੱਚ ਤਖਤ ਉੱਪਰ ਜਹਾਂਗੀਰ ਬੈਠ ਗਿਆ ਸੀ। ਹੁਣ ਗੁਰੂ ਘਰ ਦੀ ਮਹਾਨਤਾ ਮੁਗਲ ਦਰਬਾਰ ਵਿੱਚ ਸੁਣਾਈ ਦਿੱਤੀ ਜਾ ਰਹੀ ਸੀ ਔਰ ਗੁਰੂ ਘਰ ਦੇ ਵੈਰੀ ਖੂਬ ਨਿੰਦਾ ਕਰ ਰਹੇ ਸਨ। ਜਹਾਂਗੀਰ ਗੁਰੂ ਅਰਜਨ ਦੇਵ ਜੀ ਤੋਂ ਬਹਿ ਖਾ ਰਿਹਾ ਸੀ ਅਤੇ ਇਸ ਨਵੇਂ ਧਰਮ ਦੀ ਮਹਾਨਤਾ ਪ੍ਰਫੁੱਲਤਾ ਬਰਦਾਸ਼ਤ ਨਹੀਂ ਹੋ ਰਹੀ ਸੀ। ਪਰ ਜਹਾਂਗੀਰ ਦੇ ਆਪਣੇ ਹੀ ਪੁੱਤਰ ਨੇ ਬਗਾਵਤ ਦਾ ਐਲਾਨ ਕਰਦਿਆਂ ਹੋਇਆਂ 900 ਸਿਪਾਹੀਆਂ ਦੇ ਨਾਲ ਆਗਰਾ ਤੋਂ ਮਥੁਰਾ ਅਤੇ ਦਿੱਲੀ ਤੋਂ ਲਾਹੌਰ ਆਉਂਦਿਆਂ ਹੋਇਆਂ ਬਿਆਸ ਪਾਰ ਕਰਦੇ ਵੇਲੇ ਗੋਇੰਦਵਾਲ ਸਾਹਿਬ 27 ਅਪ੍ਰੈਲ ਸਨ 1606 ਨੂੰ ਆਏ ਅਤੇ ਆਪਣੇ ਸਿਪਾਹੀਆਂ ਦੇ ਨਾਲ ਲੰਗਰ ਵੀ ਛਕਿਆ। ਜਦ ਇਸ ਗੱਲ ਦਾ ਮੁਰਤਜ਼ਾ ਖਾਨ, ਸਰਹਦੀ ਅਤੇ ਚੰਦੂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਹਾਂਗੀਰ ਨੂੰ ਵੱਧ ਚੜ੍ਹ ਕੇ ਦੱਸਿਆ, ਜਿਸ ਕਾਰਨ ਜਹਾਂਗੀਰ ਨੂੰ ਮੌਕਾ ਮਿਲ ਗਿਆ। ਜਹਾਂਗੀਰ ਨੇ ਖੁਸਰੋ ਦੇ ਲਸ਼ਕਰ ਨੂੰ ਗ੍ਰਿਫਤਾਰ ਕਰਕੇ ਉਸ ਦੀ ਚਮੜੀ ਉਤਾਰ ਕੇ ਮਾਰਨ ਦੀ ਸਜ਼ਾ ਦਿੱਤੀ ਅਤੇ ਆਪਣੇ ਪੁੱਤਰ ਖੁਸਰੋ ਦੀਆਂ ਅੱਖਾਂ ਵਿੱਚ ਸ਼ੀਸ਼ਾ ਪਿਘਲਾ ਕੇ ਸਦਾ ਵਾਸਤੇ ਅੰਧਾ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗਿਆ। ਗੁਰੂ ਜੀ ਸਮੇਂ ਦੀ ਚਾਲ ਨੂੰ ਸਮਝਦਿਆਂ ਹੋਇਆਂ ਗੁਰੂ ਗੱਦੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇ ਕੇ 5 ਸਿੰਘਾਂ ਦੇ ਨਾਲ ਭਾਈ ਜੈਤਾ ਜੀ, ਭਾਈ ਪੀਨਾ ਜੀ, ਭਾਈ ਬਦੀਆ ਜੀ, ਭਾਈ ਲਹਿੰਗਾ ਜੀ ਅਤੇ ਭਾਈ ਬਰਾਨਾ ਜੀ ਨੂੰ ਲੈ ਕੇ ਲਾਹੌਰ ਦਰਬਾਰ ਵਿੱਚ ਪੁੱਜੇ। ਗੁਰੂ ਜੀ ਦੇ ਸਾਹਮਣੇ ਮੁਆਫੀ ਵਾਸਤੇ ਕੁਝ ਸ਼ਰਾਇਤ ਰੱਖੀਆਂ ਗਈਆਂ, ਜਿਸ ਵਿੱਚ ਗੁਰਬਾਣੀ ਦੇ ਬਦਲਾਵ ਅਤੇ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਿਆਹ ਚੰਦੂ ਦੇ ਬੇਟੀ ਨਾਲ ਕਰਨਾ ਸੀ। ਪਰ ਗੁਰੂ ਜੀ ਨੇ ਇਹ ਸੁਣ ਕੇ ਆਖਿਆ, ਇਹ ਇਲਾਹੀ ਬਾਣੀ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਦਾ ਪਰਮਾਤਮਾ ਪ੍ਰਤੀ ਆਪਣਾ ਅਨੁਭਵ ਹੈ ਤੇ ਇਹ ਰੱਬੀ ਬਾਣੀ ਮਨੁੱਖਤਾ ਦੇ ਵਿਕਾਸ ਦੇ ਭਲੇ ਲਈ ਆਈ ਹੈ। ਇਸ ਵਿੱਚ ਕਿਸੇ ਕਿਸਮ ਦੀ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਔਰ ਰਿਸ਼ਤੇ ਬਾਰੇ ਆਖਿਆ ਕਿ ਜੋ ਸੰਗਤ ਦਾ ਫੈਸਲਾ ਹੈ ਉਹ ਸਾਨੂੰ ਖੜੇ ਮੱਥੇ ਪ੍ਰਵਾਨ ਹੈ, ਜਿਸ ਕਰਕੇ ਗੁਰੂ ਜੀ ਨੂੰ ਯਾਸ਼ਾ ਦੇ ਕਾਨੂੰਨ ਦੇ ਮੁਤਾਬਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਗੁਰੂ ਜੀ ਨੇ ਇਹ ਸ਼ਹਾਦਤ ਹੱਕ ਸੱਚ ਦੀ ਰਾਹ ਉੱਪਰ ਖੜੇ ਮੱਥੇ ਹੀ ਪ੍ਰਵਾਨ ਕਰ ਲਈ ਅਤੇ ਸੱਚ, ਧਰਮ, ਇਨਸਾਫ, ਇਨਸਾਨੀਅਤ, ਮਨੁੱਖਤਾ ਲਈ ਸਾਬਤ ਕਦਮ ਰਹੇ। ਗੁਰੂ ਜੀ ਨੂੰ ਕੁਝ ਦਿਨ ਭੁੱਖਾ ਤੇ ਪਿਆਸਾ ਰੱਖਿਆ ਗਿਆ, ਫਿਰ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਅਗਲੇ ਹੀ ਦਿਨ ਗੁਰੂ ਜੀ ਨੂੰ ਤੱਤੀ ਤਵੀ ਉੱਪਰ ਬਿਠਾ ਕੇ ਇਹਨਾਂ ਉੱਪਰ ਤੱਤੀ ਰੇਤ ਸਿੱਟੀ ਗਈ, ਜਿਸ ਵਜ੍ਹਾ ਕਾਰਨ ਗੁਰੂ ਜੀ ਦੇ ਜਿਸਮ ਉੱਪਰ ਛਾਲੇ ਬਣ ਗਏ, ਪਰ ਸ਼ਾਂਤੀ ਦੇ ਪੁੰਜ ਅਡੋਲ ਰਹੇ ਅਤੇ ਪ੍ਰਭੂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਰਹੇ। ਆਹ ਸਭ ਕੁਝ ਵੇਖਦਿਆਂ ਹੋਇਆਂ ਮੁਸਲਮਾਨ ਫਕੀਰ ਹਜ਼ਰਤ ਸਾਈਂ ਮੀਆਂ ਮੀਰ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਆਖਿਆ, ਗੁਰੂ ਜੀ ਤੁਸੀਂ ਆਖੋ ਤਾਂ ਮੁਗਲ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਪਰ ਗੁਰੂ ਜੀ ਨੇ ਆਖਿਆ, ਅਸੀਂ ਅੱਜ ਅਜਿਹਾ ਬੀਜ ਬੀਜਣ ਲੱਗੇ ਹਾਂ ਜਿਸ ਦੇ ਫਲ ਰਹਿੰਦੀ ਦੁਨੀਆ ਤੱਕ ਰਹਿਣਗੇ। ਇੱਕ ਹਰਮੰਦਰ ਦੀ ਨੀਂਹ ਤੁਸੀਂ ਰੱਖੀ ਸੀ, ਇੱਕ ਸ਼ਹਾਦਤ ਦੀ ਨੀਂਹ ਅਸੀਂ ਰੱਖਣ ਜਾ ਰਹੇ ਹਾਂ। ਪਰ ਸਾਈਂ ਮੀਆਂ ਮੀਰ ਜੀ ਨੇ ਜਹਾਂਗੀਰ ਨੂੰ ਲਲਕਾਰਦਿਆਂ ਹੋਇਆਂ ਇਸ ਤਰ੍ਹਾਂ ਆਖਿਆ, ਜਹਾਂਗੀਰ, ਮੈਂ ਤੇਰੇ ਰਾਜ ਅੰਦਰ
ਬੜਾ ਜ਼ੁਲਮ ਤੱਕਿਆ, ਅਤਿਆਚਾਰ ਤੱਕਿਆ। ਜਿਹਨੂੰ ਝੂਠ ਦੀ ਤੂੰ ਦੁਕਾਨ ਦੱਸੀ, ਸੌਦੇ ਸੱਚ ਦੇ ਨੇ ਅਨਮੋਲ ਉਥੇ। ਹੱਥੀ ਆਪਣੇ ਪੀਰਾਂ ਦੇ ਪੀਰ ਨਾਨਕ, 13 ਦੇਸੀ ਤੋਲੇ ਤੋਲ ਉਥੇ। ਆਉਣ ਸਵਾਲੀ ਜੋ ਲੈ ਕੇ ਚੋਲ ਖਾਲੀ, ਭਰ ਜਾਂਦੇ ਨੇ ਸਭ ਦੇ ਚੋਲ ਉਥੇ। ਮਾਲਿਕ ਸੱਚਾ ਤੇ ਉਹ ਹੈ ਦੁਕਾਨ ਸੱਚੀ, ਪੂਰਨ ਖਲ ਸੱਚ ਨਿਰੋਲ ਉਥੇ। ਤੂੰ ਉਸ ਦਰਗਾਹ ਨਾਲ ਮੱਥਾ ਲਾਇਆ ਏ ਜਿੱਥੇ ਆ ਕੇ ਸਾਰਾ ਜਹਾਨ ਚੁੱਕਿਆ। ਮੁਗਲ ਬਾਦਸ਼ਾਹ ਕੀਤੇ ਆਣ ਸਜਦੇ, ਚੁੱਕੇ ਮਹਾਰਾਜੇ ਹਰ ਸੁਲਤਾਨ ਚੁੱਕਿਆ। ਤੇਰੇ ਬਾਪ ਦੇ ਬਾਪ ਦਾ ਬਾਪ ਬਾਬਰ, ਗੁਰੂ ਨਾਨਕ ਦੇ ਕਦਮਾਂ ਤੇ ਆਣ ਚੁੱਕਿਆ। ਹਮਾਯੂ ਚੁੱਕਿਆ, ਉਸ ਦਰਬਾਰ ਅੰਦਰ ਜਲਾਲੁਦੀਨ ਅਕਬਰ ਮਹਾਨ ਚੁੱਕਿਆ। ਇਸ ਦਰਬਾਰ ਦੇ ਮੱਥਾਂ ਦੇ ਛਾਵੇਂ ਹੇਠ ਹੈ ਤਖਤੋ ਤਾਜ ਤੇਰਾ। ਇਸ ਦਰਬਾਰ ਨੇ ਸਦਾ ਹੀ ਕਾਇਮ ਰਹਿਣਾ, ਖਤਮ ਹੋ ਜਾਣਾ ਜ਼ੁਲਮਾਂ ਦਾ ਰਾਜ ਤੇਰਾ। ਇਸ ਤੋਂ ਬਾਅਦ ਗੁਰੂ ਜੀ ਦੇ ਛਾਲਿਆਂ ਭਰੇ ਸਰੀਰ ਨੂੰ ਹੋਰ ਤਸੀਹੇ ਦੇਣ ਵਾਸਤੇ ਰਾਵੀ ਵਿਚਕਾਰ ਖੜਾ ਕਰ ਦਿੱਤਾ ਗਿਆ। ਪਰ ਰਾਵੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦ ਨੂੰ ਆਪਣੇ ਹੀ ਗਲਵਕੜੀ ਵਿੱਚ ਲੈ ਲਿਆ ਅਤੇ ਗੁਰੂ ਜੀ ਜੋਤੀ ਜੋਤ ਸਮਾ ਗਏ। ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣੇ ਧਰਮ, ਕੌਮ, ਹੱਕ, ਸੱਚ ਦੀ ਖਾਤਰ ਆਪਣੀ ਜਿੰਦ ਜਾਨ ਵਾਰ ਦਿੱਤੀ, ਪਰ ਸੀ ਵੀ ਨਾ ਕੀਤਾ। ਗੁਰੂ ਸਾਹਿਬ ਦੀ ਸ਼ਹਾਦਤ ਸਿੱਖ ਕੌਮ ਦੀ ਪਹਿਲੀ ਅਤੇ ਦੁਨੀਆ ਦੇ ਇਤਿਹਾਸ ਵਿੱਚ ਲਾਸਾਨੀ ਤੇ ਬੇਮਿਸਾਲ ਹੈ। ਗੁਰੂ ਜੀ ਨੇ ਸਿੱਖੀ ਦੇ ਪੌਦੇ ਨੂੰ ਆਪਣੇ ਖੂਨ ਰੂਪੀ ਪਾਣੀ ਨਾਲ ਸਿੰਚਿਆ ਅਤੇ ਆਪਣੇ ਵਿਸ਼ਵਾਸ ਦੀ ਗਵਾਹੀ ਆਪਣੇ ਸਿਦਕ ਨਾਲ ਦਿੱਤੀ। ਜਹਾਂਗੀਰ ਆਪਣੀ ਕਿਤਾਬ ਤਸਕਰੇ ਜਹਾਂਗੀਰੀ ਵਿੱਚ ਜੋ ਲਿਖਦਾ ਹੈ, ਇਸ ਤੋਂ ਸਾਫ਼ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ ਉਹ ਗੁਰੂ ਘਰ ਦੀ ਪ੍ਰਫੁੱਲਤਾ ਤੋਂ ਬਹਿ ਖਾ ਰਿਹਾ ਸੀ। ਜ਼ਾਲਮ ਹਾਕਮ ਦੇ ਵਜ਼ੀਰ ਮੁਹਸਨ ਫਾਨੀ ਦੀ ਕਿਤਾਬ ਦਬਿਸਤਾਂ ਮੁਹੱਜ਼ਬ ਇੱਕ ਹੋਰ ਰੰਗ ਛੱਡਦੀ ਹੈ ਔਰ ਇਸੇ ਦੀ ਹੀ ਇੱਕ ਹੋਰ ਝਲਕ ਸਰਹੰਦੀ ਦੀ ਚਿੱਠੀ ਜੋ ਮੁਰਤਜ਼ਾ ਖਾਨ ਨੂੰ ਲਿਖੀ ਗਈ ਸੀ ਉਹਦੇ ਚੋਂ ਵੀ ਦਿਸਦੀ ਹੈ। ਇਸ ਲਾਲ ਖੂਹ ਉੱਪਰ ਹੀ ਚੰਦੂ ਪਾਪੀ ਨੇ ਗੁਰੂ ਜੀ ਨੂੰ ਤਸੀਹੇ ਦਿੱਤੇ। ਜਦ ਤਸੀਹੇ ਦੇਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਦੀ ਮਹਾਨਤਾ ਦਾ ਪਤਾ ਲੱਗਾ ਤਾਂ ਇਸੇ ਹੀ ਖੂਹ ਦੇ ਸਾਹਮਣੇ ਚੰਦੂ ਪਾਪੀ ਦਾ ਰੇਤ ਪਾਉਣ ਵਾਲੇ ਛਾਂਡੇ ਨਾਲ ਅੰਤ ਕਰ ਦਿੱਤਾ। ਨਾ ਹੀ ਚੰਦੂ ਰਿਹਾ ਤੇ ਨਾ ਜਹਾਂਗੀਰ, ਪਰ ਅੱਜ ਵੀ ਹਜ਼ਰਤ ਸਾਈਂ ਮੀਆਂ ਮੀਰ ਜੀ ਤੇ ਗੁਰੂ ਅਰਜਨ ਦੇਵ ਜੀ ਨਾਲ ਮੁਹੱਬਤ ਉਹਨਾਂ ਦੇ ਸ਼ਰਧਾਲੂਆਂ ਵੱਲੋਂ ਉਹਨਾਂ ਦੇ ਦਰਬਾਰਾਂ ਉੱਪਰ ਵੇਖੀ ਜਾ ਸਕਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਬਣਾਇਆ ਗਿਆ, ਜੋ ਅਸਥਾਨ ਅੱਜ ਵੀ ਉਹਨਾਂ ਦੀ ਸ਼ਹਾਦਤ ਨੂੰ ਤਾਜ਼ਾ ਕਰਦਾ ਹੈ।